ਸਤਨਾਮ ਵਾਹਿਗੁਰੂ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨੌਵਾਂ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਸਤਿਗੁਰੂ ਤਰੁੱਠ ਕੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰਦੇ ਹਨ। ਸਤਿਗੁਰਾਂ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਮਹਾਰਾਜ ਜੀ ਦੀ ਰਸਨਾ ਤੋਂ ਨਿਕਲਿਆ ਇੱਕ ਇੱਕ ਬਚਨ ਨਿਰੰਕਾਰ ਦੇ ਆਪਣੇ ਪਾਵਨ ਪਵਿੱਤਰ ਜਾਣ ਕੇ ਬਚਨ ਬੜੀ ਸ਼ਰਧਾ ਨਾਲ, ਪਿਆਰ ਭਾਵਨਾ ਨਾਲ, ਅਦਬ ਸਤਿਕਾਰ ਨਾਲ ਸਰਵਣ ਕਰਦੀਆਂ। ਇੱਕ ਇੱਕ ਬਚਨ ਸਾਡੇ ਲਈ ਪਿਆਰਿਓ ਲੱਖਾਂ ਕਰੋੜਾਂ ਹੀਰੇ ਲਾਲਾਂ ਜਵਾਹਰਾਂ ਮਾਣਕਾਂ ਨਾਲੋਂ ਵਧੇਰੇ ਕੀਮਤੀ ਹੈ। ਇਹ ਵੀ ਇੱਕ ਤੁਲਨਾ ਕੇਵਲ ਕਹਿਣ ਮਾਤਰ ਹੈ। ਇਹਨਾਂ ਚੀਜ਼ਾਂ ਨਾਲ ਕਦੇ ਅੰਦਰ ਦੀ ਸ਼ਾਂਤੀ ਨਹੀਂ, ਕਦੇ ਤ੍ਰਿਪਤੀ ਨਹੀਂ ਹੁੰਦੀ। ਪਰ ਜੋ ਸਤਿਗੁਰੂ ਦਾ ਇੱਕ ਇੱਕ ਬਚਨ ਹੈ, ਉਹ ਜਨਮਾਂ ਜਨਮਾਤਰਾਂ ਦੀ ਮੈਲ ਕੱਟ ਕੇ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਜਾਣ ਵਾਲਾ ਹੈ। ਸੋ ਇਹ ਕਹਿ ਸਕਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜੈਸਾ ਤੂੰ ਤੈਸਾ ਤੂੰ ਹੀ। ਉਹਨਾਂ ਦੀ ਤੁਲਨਾ ਕਰਨ ਵਾਸਤੇ ਕੋਈ ਚੀਜ਼ ਦੁਨੀਆ 'ਚ ਹੈ ਹੀ ਨਹੀਂ। ਤੁਲਨਾ ਤਾਂ ਕਰੀਏ ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਹੋਵੇ। ਪਰ ਉਹਨਾਂ ਦੇ ਪਿਆਰ ਅਦਬ ਵਿੱਚ ਸਮਝਣ ਸਮਝਾਉਣ ਲਈ ਵਰਤਿਆ ਜਾਂਦਾ ਸ਼ਬਦ। ਜਿਵੇਂ ਮਹਾਰਾਜ ਜੀ ਆਪ ਹੀ ਗੁਰਬਾਣੀ ਅੰਦਰ ਜਾਂ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਸਰੂਪ ਦੀ ਸੂਰਜ ਨਾਲ, ਕਦੇ ਚੰਦਰਮਾ ਨਾਲ ਤੁਲਨਾ ਕਰਦੇ ਹਨ, ਕਦੇ ਬਰਸਾਤ ਨਾਲ। ਪਰ ਆਪ ਹੀ ਆਖਦੇ ਨੇ ਨਹੀਂ, ਫਿਰ ਦੂਜੀ ਜਗ੍ਹਾ 'ਤੇ ਇਹਦੇ 'ਤੇ ਹੁਕਮ ਵਿੱਚ ਲੱਖਾਂ ਕਰੋੜਾਂ ਸੂਰਜ ਹਨ ਅਤੇ ਚੰਦਰਮਾ ਨੇ। ਪਰ ਸਾਡੇ ਕੋਲ ਉਪਮਾ ਕਰਨ ਲਈ ਵੱਡੇ ਤੋਂ ਵੱਡਾ ਸ਼ਬਦ ਹੀ ਕੇਵਲ ਇਹ ਹੈ। ਇਸ ਲਈ ਉਸ ਨਾਲ ਤੁਲਨਾ ਕਰਕੇ ਆਪਣਾ ਪਿਆਰ ਪ੍ਰਗਟਾਇਆ ਜਾਂਦਾ ਹੈ। ਨਾਵੇਂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਚੱਲ ਰਹੇ ਹਨ। 37 ਨੰਬਰ ਸ਼ਲੋਕ ਕੇ ਜਿਹਦਾ ਆਪ ਜੀ ਨੇ ਜਾਪ ਸਰਵਨ ਕੀਤਾ ਹੈ। ਅੱਜ ਦੇ ਪਵਿੱਤਰ ਸ਼ਲੋਕ ਅੰਦਰ ਸਤਿਗੁਰੂ ਜੀ ਹੁਕਮ ਕਰ ਰਹੇ ਨੇ, ਮਨ ਮਾਇਆ ਵਿੱਚ ਬੁਰੀ ਤਰ੍ਹਾਂ ਰਚ ਮਿਚ ਚੁੱਕਾ ਹੈ। ਇੰਝ ਲੱਗਦਾ ਮਨ ਤੇ ਮਾਇਆ ਨੇ ਸਮਝੌਤਾ ਕਰ ਲਿਆ, ਇਕੱਠੇ ਹੋ ਗਏ ਨੇ। ਕਦੇ ਵੀ ਮਨ ਮਾਇਆ ਦੀ ਪਕੜ ਵਿੱਚੋਂ ਬਾਹਰ ਨਿਕਲਦਾ ਹੀ ਨਹੀਂ ਹੈ। ਸਤਿਗੁਰੂ ਜੀ ਦਾ ਹੁਕਮ ਹੈ, ਨਿਕਸਤ ਨਾਖਿਨ ਮੀਤ। ਮਿੱਤਰਾ, ਕਦੇ ਵੀ ਤੂੰ ਇਸ ਮਾਇਆ ਨੂੰ ਛੱਡ ਕੇ ਇਕੱਲਾ ਹੋਣ ਦਾ ਯਤਨ ਹੀ ਨਹੀਂ ਕੀਤਾ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ।
ਜਿਵੇਂ ਕਿਸੇ ਕੰਧ ਵਿੱਚ ਕੋਈ ਤਸਵੀਰ ਬਣਾਈ ਹੋਵੇ, ਕੰਧ ਵਿੱਚ ਪੇਂਟ ਦੇ ਨਾਲ ਤਸਵੀਰ ਉਕਰੀ ਹੋਵੇ, ਉਹ ਸਦਾ ਉਸ ਕੰਧ ਦੇ ਨਾਲ ਲੱਗੀ ਰਹਿੰਦੀ ਹੈ, ਉਹਨੂੰ ਕਦੇ ਛੱਡਦੀ ਨਹੀਂ ਨਾ। ਜੇ ਤਾਂ ਕੋਈ ਕਾਗਜ਼ ਦੀ ਬਣੀ ਹੋਈ ਟੰਗੀ ਹੋਵੇ ਖਿੱਲੇ, ਪਰ ਕੰਧ ਦੇ ਉੱਪਰ ਹੀ ਜੇਕਰ ਚਿਪਕਾਈ ਹੋਵੇ, ਪੇਂਟ ਕੀਤੀ ਹੋਵੇ, ਉਹ ਜਿਵੇਂ ਵੱਖ ਨਹੀਂ ਹੁੰਦੀ। ਕਹਿੰਦੇ ਮਨ ਇਸੇ ਤਰ੍ਹਾਂ ਮਾਇਆ ਦੀ ਕੰਧ ਨਾਲ ਬੁਰੀ ਤਰ੍ਹਾਂ ਇਹ ਰਚ ਮਿਚ ਕੇ ਜੁੜਿਆ, ਕਦੇ ਛੱਡਦਾ ਹੀ ਨਹੀਂ, ਵੱਖਰਾ ਹੀ ਨਹੀਂ ਹੁੰਦਾ। ਇਹਦੇ ਮਗਰ ਸਤਿਗੁਰੂ ਜੀ ਕੀ ਹੁਕਮ ਕਰਨਾ ਚਾਹੁੰਦੇ ਨੇ, ਕਿਹੜੀ ਸਾਨੂੰ ਸਮੱਤ ਦੇ ਰਹੇ ਹਨ। ਗੁਰੂ ਕੇ ਪਿਆਰਿਓ, ਬਹੁਤੀ ਵਾਰੀ ਅਸੀਂ ਇੱਥੇ ਆ ਕੇ ਮਨ ਨੂੰ ਮਾੜਾ ਹੀ ਹਮੇਸ਼ਾ ਕਵਾਂਗੇ। ਜੇ ਮਨ ਮਾੜਾ ਹੀ ਸੀ ਤੇ ਨਿਰੰਕਾਰ ਨੇ ਆਦਮੀ ਨੂੰ ਦਿੱਤਾ ਕਿਉਂ ਹੈ? ਮਾੜਾ ਨਹੀਂ ਦਿੱਤਾ। 84 ਲੱਖ ਜੂਨ ਕੋਲ ਇਹ ਦਾਤ ਨਹੀਂ ਵਡਮੁੱਲੀ, ਜਿਹੜਾ ਵਡਮੁੱਲੇ ਮਨ ਦੀ ਦਾਤ ਨਿਰੰਕਾਰ ਨੇ ਮਨੁੱਖ ਜਾਤੀ ਨੂੰ ਦਿੱਤੀ ਹੈ। ਹੋਰ ਕਿਸੇ ਜੂਨੀਆਂ ਕੋਲ ਇਹ ਤਾਕਤ ਹੈ ਹੀ ਨਹੀਂ। ਉਹਨਾਂ ਨੂੰ ਕੁਛ ਨਹੀਂ ਪਤਾ ਕੱਲ੍ਹ ਨੂੰ ਆਉਣ ਵਾਲਾ ਕੀ ਸਮਾਂ, ਪਿੱਛੇ ਕੀ ਹੋ ਚੁੱਕਾ ਹੈ। ਇਹ ਮਨ ਹੀ ਹੈ ਜਿਹੜਾ ਪਿਛਲਾ ਵੀ ਇਤਿਹਾਸ ਸਾਂਭਦਾ, ਜਾਂ ਪਿਛਲੀਆਂ ਪਰੰਪਰਾ ਨੂੰ, ਜਾਂ ਆਉਣ ਵਾਲੇ ਸਮੇਂ ਵਾਸਤੇ ਕਿੰਨਾ ਕੁਛ ਬਣਾ ਕੇ ਬੈਠਾ ਹੈ। ਮਨ ਮਾੜਾ ਨਹੀਂ। ਮਨ ਦੇ ਦੋਨੋਂ ਪੱਖ ਦੱਸੇ ਨੇ। ਮਨ ਨੇ ਜਿਸ ਰਸਤੇ ਨੂੰ ਚੁਣ ਲਿਆ, ਸਤਿਗੁਰੂ ਕਹਿੰਦੇ ਉਹ ਰਸਤਾ ਮਾੜਾ ਹੈ। ਜਿਹਦੇ ਨਾਲ ਜੁੜ ਚੁੱਕਾ ਹੈ ਨਾ, ਉਹ ਚੀਜ਼ ਨੇ ਇਸ ਨੂੰ ਵੀ ਮਾੜਾ ਬਣਾ ਦਿੱਤਾ ਹੈ। ਇਹਦੇ ਵਿੱਚ ਇੱਕ ਗੁਣ ਹੈ, ਇਸ ਨੂੰ ਜਿਹੜੇ ਵੀ ਜਿਹੋ ਜਿਹੀ ਸੰਗਤ ਮਿਲੇ ਉਸੇ ਤਰ੍ਹਾਂ ਦਾ ਹੀ ਇਹ ਆਪਣਾ ਰੂਪ ਬਣਾ ਸਕਦਾ ਹੈ। ਗੁਰੂ ਸਾਹਿਬ ਜੀ ਦਾ ਬਚਨ ਹੈ, ਜੇ ਇਹ ਮਨ ਜਿਹੜਾ ਹੈ ਇਹ ਮਾਇਆਵੀ ਦਾ ਰੂਪ ਵੀ ਹੋ ਸਕਦਾ ਹੈ, ਪਰਮਾਤਮਾ ਦਾ ਰੂਪ ਵੀ ਬਣ ਸਕਦਾ ਹੈ। ਇਹ ਮਨ ਜਿਹੜਾ ਪੰਜਾਂ ਤੱਤਾਂ ਨਾਲ ਮਿਲ ਕੇ ਤੱਤਾਂ ਵਰਗੇ ਗੁਣਾਂ ਵਰਗਾ ਵੀ ਰੂਪ ਧਾਰਨ ਕਰ ਸਕਦਾ ਹੈ। ਇਹ ਮਨ ਜੇ ਕਿਧਰੇ ਨਾਮ ਨਾਲ, ਸ਼ਬਦ ਨਾਲ, ਬੰਦਗੀ ਨਾਲ ਜੁੜ ਜਾਏ ਤੇ ਬੰਦੇ ਨੂੰ ਨਿਰੰਕਾਰ ਦੇ ਘਰ ਦੀ ਸੈਰ ਕਰਾਏਗਾ। ਇੱਥੇ ਬੈਠੀਆਂ ਇਹਦੇ ਵਿੱਚ ਇੰਨੀ ਪਹੁੰਚ ਹੈ। ਸਾਹਿਬਾਂ ਦਾ ਬਚਨ ਨਾ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੈ ਕਹਿ। ਇਹਦੇ ਕੋਲ ਤਿੰਨਾਂ ਲੋਕਾਂ ਦਾ ਗਿਆਨ ਇਕੱਠਾ ਕਰਨ ਦੀ ਸਮਰੱਥਾ, ਉੱਥੇ ਪਹੁੰਚ ਸਕਦਾ ਹੈ। ਮਨ ਮਾੜਾ ਨਹੀਂ, ਮਨ ਦੀ ਵਰਤੋਂ ਮਾੜੀ ਏ। ਨਿਰੰਕਾਰ ਨੇ ਜਿਹੜਿਆਂ ਨੈਣ ਪ੍ਰੈਣ ਲਾਏ ਨੇ, ਇਹਨਾਂ ਦੀ ਵਰਤੋਂ ਜਦੋਂ ਮਾੜੀ ਹੁੰਦੀ ਤੇ ਇਹਨਾਂ ਨੂੰ ਮਾੜਾ ਕਹਿਣਾ ਪੈਂਦਾ, ਵਰਨਾ ਇਹਨਾਂ ਦੀ ਕੋਈ ਕੀਮਤ ਹੀ ਨਹੀਂ ਹੈ। ਅੱਖਾਂ ਦੀ ਕੋਈ ਕੀਮਤ ਹੈ, ਪਰ ਜਿਹਦੇ ਨਾਲ ਕੋਈ ਪਰਾਇਆ ਰੂਪ ਵੇਖਣ ਲੱਗ ਪਿਆ, ਉਹ ਤਾਂ ਸਾਡੀ ਗਲਤੀ ਹੈ ਨਾ ਕਿ ਨਾ ਅੱਖਾਂ ਬਣਾਉਣ ਵਾਲੇ ਦੀ। ਜੇ ਪਰਾਇਆ ਰੂਪ ਜਾਂ ਪਰਾਇਆ ਪੈਸਾ ਘਰ-ਬਾਰ ਵੇਖ ਕੇ ਡੋਲਦਾ ਏ, ਤੇ ਇਹਨੂੰ ਵੇਖਣ ਦਾ ਢੰਗ ਨਹੀਂ, ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣਾ ਪਵੇਗਾ। ਕੰਨਾਂ ਦੀ ਆਪਣੀ ਕੀਮਤ ਏ। ਇਹ ਨਿੰਦਾ ਸੁਣਦਾ ਏ ਕਿ ਗੁਰਬਾਣੀ ਸੁਣਦਾ ਹੈ। ਹੱਥਾਂ ਨਾਲ ਹੱਕ ਹਲਾਲ ਦੀ ਕਮਾਈ ਕਰਦਾ ਏ ਕਿ ਕਿਸੇ ਦੇ ਹੱਕ ਮਾਰਦਾ ਏ। ਤੋ ਮੇਰੇ ਕਹਿਣ ਤੋਂ ਮੁਰਾਦ ਸੀ ਵੀ ਜਿਹੜਾ ਮਨ ਹੈ ਨਾ, ਇਹ ਬੜੀ ਵਡਮੁੱਲੀ ਚੀਜ਼ ਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਵੀ ਇਹਨੂੰ ਝਿੜਕਿਆ, ਮਾੜਾ ਕਿਹਾ, ਉਦੋਂ ਜਿਸ ਦੀ ਸੰਗਤ ਕਰ ਰਿਹਾ ਹੈ, ਮਾਇਆ ਦੀ, ਵਿਸ਼ੇ ਵਿਕਾਰਾਂ ਦੀ, ਮਾਇਆ ਨੂੰ ਖਿੱਚ ਕੇ ਜਿੱਧਰ ਲਿਜਾਂਦੀ, ਉਸ ਤੋਂ ਰੋਕਿਆ ਗਿਆ ਹੈ। ਮਿਸਾਲ ਦੇ ਤੌਰ 'ਤੇ ਗਰੀਬ ਨਵਾਜ ਪਿਤਾ ਜੀ ਕਹਿੰਦੇ, ਮਨ ਖੁੱਟ ਕਰ ਤੇਰਾ ਨਹੀਂ ਪਿਸਾਸ, ਤੂੰ ਮਹਾਂ ਉਦਮਾਦਾ ਮਨ ਖੋਤਾ ਏ ਤੂੰ। ਜਿਵੇਂ ਖੋਤੇ ਦੇ ਉੱਪਰ ਭਾਰ ਨਾ ਹੋਵੇ ਲੱਦਿਆ ਤੇ ਬੜੀਆਂ ਖਰਮਸਤੀਆਂ ਕਰਦਾ, ਦਲੱਤੇ ਮਾਰੇਗਾ, ਅੱਗੋਂ ਮਾਰੇਗਾ, ਕਦੇ ਲੇਟੇਗਾ। ਜੇਕਰ ਉਹਦੇ 'ਤੇ ਭਾਰ ਪਾ ਦਈਏ ਤੇ ਪੈਰਾਂ ਨੂੰ ਪੈਖੜ ਪਾਈਏ, ਫਿਰ ਉਹ ਚੰਗਾ ਭਲਾ ਕੰਮ ਦਿੰਦਾ ਹੈ। ਕਿਧਰੇ ਸਾਹਿਬ ਕਹਿੰਦੇ, ਮਨ ਤੋਂ ਮੈਗਲ ਹੋਏਰਾ, ਮੈਗਲ ਕਹਿੰਦੇ ਹਾਥੀ ਨੂੰ, ਇਹ ਹਾਥੀ ਵਾਂਗੂ ਖਰਮਸਤੀ ਕਰਦਾ ਹੈ। ਕਿਧਰੇ ਸਤਿਗੁਰੂ ਦੀ ਤੁਲਨਾ ਕਰਦੇ ਪਾਰੇ ਨਾਲ। ਕਿਧਰੇ ਗਰੀਬ ਨਵਾਜ ਪਿਤਾ ਜੀ ਕਹਿੰਦੇ, ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਦੋ ਬਾਪਾ ਕਹੀਏ। ਮੇਰੇ ਕਹਿਣ ਤੋਂ ਮੁਰਾਦ ਸੀ, ਇਹਦੀ ਇੱਕ ਨਿੱਕੇ ਜਿਹੇ ਬਾਲਕ ਨਾਲ ਤੁਲਨਾ ਕੀਤੀ ਗਈ। ਕਿਸੇ ਦਾ ਜਿਸ ਦੇਸ਼ ਵਿੱਚ ਰਹਿੰਦਾ, ਨਗਰੀ ਕੱਚੀ ਏ, ਇਹਨੂੰ ਰਾਜਾ ਬਣਾਇਆ, ਇਹ ਹੈ ਬਾਲਕ ਅਣਜਾਣ, ਦੁਸ਼ਟਾਂ ਨਾਲ ਇਹਦਾ ਪਿਆਰ ਏ, ਉੱਥੇ ਖੈਰ ਕੀ ਹੋਏਗੀ। ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ। ਸਾਹਿਬਾਂ ਨੇ ਦੋਨੋਂ ਪੱਖ ਅੱਜ ਦਰਸਾਏ ਨੇ ਸਾਨੂੰ ਵੀ ਦੇਖੋ, ਜੇ ਤੇ ਇਹ ਮਨ ਹੁਣ ਮਾਇਆ ਲੈ ਗਈ, ਉਹਨੂੰ ਖਿੱਚ ਕੇ
ਤੇ ਇਹਨੇ ਕੀ ਕਰਨਾ, ਸਾਰਾ ਜੀਵਨ ਇਸੇ ਕੋਲੋਂ ਵਿਕਾਰ ਭੁਗਵਾਏਗੀ। ਜੋ ਵੀ ਮਾੜੀ ਸੋਚ ਮਾੜੇ ਕਰਮ ਉਹ ਇਹਦੇ ਵਿੱਚ ਪਾ ਕੇ ਇਸ ਦਾ ਬੁਰੀ ਤਰ੍ਹਾਂ ਸੱਤਿਆਨਾਸ਼ ਕਰ ਦਿੰਦੀ ਏ। ਬੰਦੇ ਦੀ ਮੌਤ ਹੁੰਦੀ ਤੇ ਮੌਤ ਤੋਂ ਬਾਅਦ 84 ਦਾ ਗੇੜ ਸ਼ੁਰੂ ਹੁੰਦਾ ਤੇ ਕੇਵਲ ਇਹਦੇ ਕਰਕੇ ਵੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ, ਜੇ ਮਨ ਨਾਮ ਦੇ ਰਾਹ ਤੇ ਚੱਲ ਪਵੇ, ਨਾਮ ਦੀ ਸੰਗਤ ਕਰ ਲਵੇ, ਨਾਮ ਦਾ ਸਾਥ ਲਵੇ, ਫਿਰ ਕੀ ਹੋਏਗਾ। ਤੇ ਜੇਕਰ ਇਹ ਮਾਇਆ ਦੇ ਨਾਲ ਹੋ ਕੇ ਤੁਰ ਪਿਆ ਤੇ ਨੁਕਸਾਨ ਕੀ ਕਰਦਾ ਹੈ। ਇਹਦੀ ਤਾਕਤ ਦੋਨੋਂ ਪਾਸੇ ਦਿਖਾਈਏ। ਜਿਹੜਾ ਇਸ ਨੂੰ ਵਰਤਦਾ ਕਿਵੇਂ ਹੈ। ਤਾਕਤ ਤੇ ਕੇਵਲ ਤਾਕਤ ਤੇ ਕਿਹਦੇ ਨਾਲ ਜੁੜ ਕੇ ਉਸ ਦੀ ਕਿਵੇਂ ਵਰਤੋਂ ਅਸੀਂ ਕਰਦੇ ਹਾਂ, ਡਿਪੈਂਡ ਉਹਦੇ 'ਤੇ ਕਰਦਾ ਹੈ। ਸਤਿਗੁਰੂ ਜੀ ਆਖਦੇ ਨੇ, ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮੋਇਆ ਨਰਕ ਕੀ ਰੀਤ। ਪੰਚਮ ਪਿਤਾ ਜੀ ਦੀ ਖੋਤੇ ਨਾਲ ਜਿਹੜੀ ਤੁਲਨਾ ਕਰਦੇ, ਕਿਉਂ ਕਰਦੇ। ਕਹਿੰਦੇ ਖੋਤੇ 'ਤੇ ਵਿਸ਼ਵਾਸ ਨਹੀਂ ਤੇ ਮਨ 'ਤੇ ਵੀ ਕਦੇ ਵਿਸ਼ਵਾਸ ਨਾ ਕਰਿਆ ਜੇ। ਜਿਹੜੇ ਭਾਈ ਕਨ੍ਹਈਆ ਸਾਹਿਬ ਜੀ ਹੋਏ ਨੇ ਨਾ, ਉਹਨਾਂ ਦੇ ਜਿਸ ਮਹਾਂਪੁਰਖ ਨੂੰ ਪਹਿਲਾਂ ਮਿਲੇ ਸਨ ਭਾਈ ਨਨੂਆ ਜੀ, ਜਿਹੜੇ ਭਾਈ ਨਨੂਆ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਰਹਿਮਤ ਜਿਨ੍ਹਾਂ ਨੇ ਲਈ ਸੀ, ਉਹਨਾਂ ਭਾਈ ਨਨੂਆ ਨੂੰ ਮਹਾਰਾਜ ਦੇ ਘਰ ਆਉਣ ਤੋਂ ਪਹਿਲਾਂ ਇੱਕ ਹੋਰ ਸਤਿਪੁਰਸ਼ ਦੀ ਸੰਗਤ ਹੋਈ ਸੀ। ਉਸ ਪਿਆਰੇ ਨੇ ਦਾ ਨਾਮ ਹੀ ਬੜਾ ਅਜੀਬ ਸੀ। ਤਾਂ ਉਸ ਨੇ ਹਮੇਸ਼ਾ ਹੀ ਕਹਿਣਾ ਵੀ ਕਿਸੇ ਗਧੇ ਦੀ ਸੇਵਾ ਕਰ ਲਓ। ਉਹਨਾਂ ਪੁੱਛਣਾ ਵੀ ਗਧੇ ਦੀ ਸੇਵਾ ਕਰਨ ਨਾਲ ਬੰਦਾ ਰੱਬ ਦੇ ਰਾਹ 'ਤੇ ਕਿਵੇਂ ਤੁਰ ਪਏਗਾ। ਕਹਿੰਦੇ ਗੱਲ ਸਵਾਲ ਰੱਬ ਦੇ ਰਾਹ 'ਤੇ ਤੁਰਨ ਦਾ ਨਹੀਂ, ਗਧੇ ਦੀ ਸੇਵਾ ਕਰੋਗੇ ਤੇ ਸ਼ਾਇਦ ਕੋਈ ਫਲ ਮਿਲ ਜਾਵੇ ਵੀ ਉਹ ਜੀਵ ਦੀ ਸੇਵਾ ਹੋ ਰਹੀ। ਇਹ ਮਨ ਖੋਤੇ ਦੀ ਸੇਵਾ ਜਿੰਨੀ ਮਰਜ਼ੀ ਕਰ ਲਓ, ਇਹਨੇ ਤੁਹਾਨੂੰ ਨਰਕਾਂ ਵਿੱਚ ਤੇ ਭੈੜੇ ਪਾਸੇ ਦੋਜ਼ਖ ਵਾਲੀ ਲੈ ਕੇ ਜਾਣਾ। ਇਹਨੇ ਨੁਕਸਾਨ ਹੀ ਨੁਕਸਾਨ ਤੁਹਾਡਾ ਕਰਨਾ ਹੈ। ਗੁਰੂ ਸਾਹਿਬ ਜੀ ਬਚਨ ਕਰ ਰਹੇ ਨੇ ਵੀ ਇਸ ਮਨ ਨੇ ਕਿਹਦਾ ਨਹੀਂ ਨੁਕਸਾਨ ਕੀਤਾ। ਜਿਹਨੇ ਵੀ ਮਨ 'ਤੇ ਭਰੋਸਾ ਕੀਤਾ ਉਸ ਦਾ ਇਹਨੇ ਜੀਵਨ ਬਰਬਾਦ ਕਰ ਦਿੱਤਾ। ਕਾਰਨ ਮਾਇਆ ਨੇ ਮਨ ਨੂੰ ਮੋਹਿਆ ਖੋਇਆ ਅੰਦਰੋਂ। ਇਹੋ ਜਿਹੇ ਖਿਆਲ ਪਾਏਗੀ ਕਿ ਬੰਦਾ ਨਰਕ ਦੀ ਰੀਤ ਜਿਹੜੀ ਹੈ ਨਾ, ਜਿਹੜੇ ਕੰਮ ਨਰਕਾਂ ਵੱਲ ਲੈ ਕੇ ਜਾਣ, ਨਰਕ ਜਿਉਂਦਿਆਂ ਜੀ ਮਾੜੇ ਕਰਮ ਕਰਾ ਕੇ ਦੁੱਖ ਇਕੱਠੇ ਕਰਨੇ, ਇਹੋ ਜਿਹਾ। ਸਾਹਿਬ ਕਹਿੰਦੇ ਨੇ, ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁੱਖ ਡਾਂਡ। ਕਈ ਵਾਰ ਬੜੇ ਜਪ ਤਪ ਕਰਨ ਵਾਲੇ ਕਿੰਨੀਆਂ ਕਮਾਈਆਂ ਕਰਦੇ ਨੇ ਤੇ ਅਚਾਨਕ ਹੀ ਉਹ ਮਨ ਉਹਨਾਂ ਕੋਲੋਂ ਇਹੋ ਜਿਹਾ ਪੁੱਠਾ ਕਰਮ ਕਰਵਾਉਂਦਾ ਹੈ। ਉਹ ਜਿਹੜੇ ਸਤਿਕਾਰਯੋਗ ਸਨ ਸਵਰਗਾਂ ਵੱਲ ਜਾਂ ਮਹਾਰਾਜ ਦੇ ਘਰ ਵੱਲ ਜਾ ਰਹੇ ਪਰਮੇਸ਼ਰ ਵੱਲ, ਉਹਨਾਂ ਨੂੰ ਜਮਾਂ ਦੇ ਡੰਡੇ ਪੈਂਦੇ ਨੇ। ਇਹਨੇ ਕਮਾਈਆਂ ਵਾਲਿਆਂ ਨੂੰ ਇਹ ਮਨ ਹੀ ਜਿਹੜਾ ਉਹਨਾਂ ਦੇ ਅੰਦਰ, ਗੋਰਖਨਾਥ ਵਰਗਿਆਂ ਦੇ ਅੰਦਰ ਕਾਮ ਵਾਸ਼ਨਾ ਦਾ ਇੱਕ ਫੁਰਨਾ ਪਾ ਕੇ ਤੇ ਉਹਨਾਂ ਦਾ ਮਨ ਡੁਲਾ ਦਿੰਦੇ। ਕਿਸੇ ਦੇ ਅੰਦਰ ਲਾਲਚ ਦਾ ਫੁਰਨਾ ਪਾ ਦਿੱਤਾ, ਉਹਦਾ ਜਪ ਤਪ ਖੰਡਮ ਕਰ ਦਿੱਤਾ। ਕਹਿੰਦੇ ਸਿਮਰੇ ਨਾਖੀ ਜੋਨ ਦੁੱਖ ਨਿਰਲੱਜੇ ਭਾਂਡ। ਏਡਾ ਬੇਸ਼ਰਮ ਹੈ, ਇਹਨੂੰ ਇਹ ਪਤਾ ਹੀ ਨਹੀਂ ਵੀ ਇਹਦੇ ਬਦਲੇ ਕਿੰਨੇ ਕੁ ਦੁੱਖ ਭੋਗਣੇ ਪੈਣਗੇ, ਕਿੰਨੇ ਕੁ ਨਰਕ ਭੋਗਣੇ ਪੈਣਗੇ, ਉਹ ਨਹੀਂ ਚੇਤਾ ਕਰਨ ਦਿੰਦਾ। ਹਰ ਸੰਗ ਸਹਾਈ ਮਹਾਮੀਤ ਤਿਸੋਂ ਤੇਰਾ ਭੇਦ, ਬੀਦਾ ਪੰਚ ਬਟਵਾਰੀ ਉਪਜੋ ਮਹਾ ਖੇਦ। ਸਤਿਗੁਰੂ ਜੀ ਦਾ ਬਚਨ ਹੈ, ਅੰਦਰ ਕੀ ਮਾਇਆ ਬੈਠੀ ਹੈ ਸਰੀਰ ਦੇ ਤੇ ਅੰਦਰ ਹੀ ਵਾਹਿਗੁਰੂ ਜੀ ਬੈਠੇ ਨੇ। ਉਹਨਾਂ ਨਾਲ ਇਸ ਨੇ ਫਰਕ ਪਾਇਆ ਹੋਇਆ ਹੈ ਤੇ ਪੰਜਾਂ ਨੇ ਇਸ ਜਿਹੜਾ ਹੈ ਮਾਇਆ ਜਿਹੜੀ ਸਿੱਧੀ ਤੇ ਕੋਈ ਚੀਜ਼ ਨਹੀਂ ਨਾ, ਮਾਇਆ ਨੇ ਆਪਣੇ ਬੰਦੇ ਰੱਖੇ ਹੋਏ ਨੇ ਜਿਹੜੇ ਇਸ ਮਨ ਨੂੰ ਪਿੱਛੋਂ ਉਹੋ ਜਿਹੇ ਖਿਆਲ ਦਿੰਦੇ ਨੇ। ਤੇ ਫਿਰ ਮਨ ਹੁਕਮ ਕਰਦਾ ਹੈ ਬਾਹਰਲੀ ਇੰਦਰੀਆਂ ਨੂੰ ਉਹ ਕੰਮ ਕਰੋ ਮਾੜੇ, ਤਾਂ ਉਹ ਪੰਚ ਜਿਹੜੇ ਨੇ ਪੰਜੇ ਦੇ ਪੰਜਾਂ ਦੂਤਾਂ ਦੇ ਖੁਆਰੀ ਪੱਲੇ ਪੈਂਦੀ ਏ। ਤੂੰ ਮੇਰੇ ਕਹਿਣ ਤੋਂ ਮੁਰਾ ਮਨ ਤੋਂ ਬਚਣਾ ਬਹੁਤ ਔਖਾ ਏ। ਕੇਵਲ ਜਿਹਦੇ 'ਤੇ ਗੁਰਪ੍ਰਸਾਦ ਹੋਵੇ, ਕੇਵਲ ਜਿਹਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋਵੇ, ਜਿਹੜਾ ਹਮੇਸ਼ਾ ਸਤਿਗੁਰੂ ਦੇ ਭੈ 'ਤੇ ਚੱਲੇ, ਕੇਵਲ ਉਹੀ ਇਹਦੇ ਤੋਂ ਬਚੇਗਾ। ਪੈਂਦੇ ਖਾਂ ਕਿੱਥੇ ਮਹਾਰਾਜ ਜੀ ਦੇ ਹੁਕਮ ਵਿੱਚ ਬਖਸ਼ਾਂ ਲੈ ਰਿਹਾ ਸੀ, ਮਨ ਨੇ ਮਾਇਆ ਨੇ ਇਹੋ ਜਿਹਾ ਫੁਰਨਾ ਪਾਇਆ, ਸਤਿਗੁਰੂ ਜੀ ਦਾ ਹੁਕਮ ਮੰਨਣ ਤੋਂ ਇਨਕਾਰੀ ਕਰਵਾ ਦਿੱਤਾ। ਅਤੇ ਜਿਹੜੀ ਕੀਮਤੀ ਪੁਸ਼ਾਕ ਅਤੇ ਬਾਜ ਅਤੇ ਘੋੜਾ ਦਿੱਤਾ ਸੀ ਉਹ ਪਹਿਨ ਕੇ ਝੂਠ ਬੋਲਿਆ ਲੈ ਗਿਆ ਸੀ ਜਵਾਈ, ਪਰ ਇਸ ਨੇ
ਮਹਾਰਾਜ ਜੀ ਕੋਲ ਝੂਠ ਬੋਲਿਆ, ਕਿੱਥੇ ਦੁਸ਼ਮਣਾਂ ਦੀ ਕਤਾਰ ਜਾ ਕੇ ਖਲੋ ਗਿਆ। ਕਿਧਰੇ ਭਾਈ ਗੋਪਾਲਾ ਦੇ ਅੰਦਰ ਆ ਗਿਆ। ਗੁਰੂ ਨਾਨਕ ਸਾਹਿਬ ਦਾ ਤਖਤ ਮਿਲਦਾ ਮਿਲਦਾ ਇਹ ਘੋੜੇ ਦੀ ਕਾਠੀ 'ਤੇ ਬੈਠ ਗਿਆ। ਪਿਆਰਿਓ, ਪ੍ਰਿਥੀ ਚੰਦ ਕੋਲ ਇਹ ਮਨ ਦੇ ਕਬਜ਼ੇ 'ਚ ਆ ਗਿਆ ਸੀ ਨਾ, ਮਾਇਆ ਸੀ ਤੇ ਮਨ ਸੀ, ਇਹੋ ਜਿਹਾ ਪੁੱਠੇ ਪਾਸੇ ਅਡੋਲ ਗਏ। ਹਾਂ, ਮਹਾਰਾਜ ਜੀ ਕਹਿੰਦੇ ਨੇ ਇਹਦੇ ਤੋਂ ਬਚਣ ਲਈ ਭਾਵੇਂ ਜਿੰਨਾ ਮਰਜ਼ੀ ਜਪ ਤਪ ਭਜਨ ਬੰਦਗੀ ਵੀ ਕਰੀਏ ਤਾਂ ਵੀ ਕਦੇ ਇਸ ਮਨ 'ਤੇ ਭਰੋਸਾ ਨਾ ਕਰੀਏ। ਨੇ ਖਿਆਲ ਪਾਉਣਾ ਹੈ, ਜਦੋਂ ਇਹਦੀ ਸ਼ਰਾਰਤ ਹੁੰਦੀ ਹੈ, ਜਦੋਂ ਅੰਦਰ ਇਹ ਆਵੇ ਨਾ, ਆਪਾਂ ਬਿਲਕੁਲ ਠੀਕ ਹਾਂ, ਮੇਰੇ ਕੋਲ ਜੋ ਨਿਤਨੇਮ ਜਾਂ ਸੋਚ ਜੋ ਮਰਿਆਦਾ ਭਾਵੇਂ ਜਿੰਨਾ ਮਰਜ਼ੀ ਪਵਿੱਤਰ ਹੋਵੇ ਵੀ ਸਾਰਾ ਕੁਝ, ਜਦੋਂ ਅੰਦਰ ਇਹ ਖਿਆਲ ਆਉਣਾ ਸ਼ੁਰੂ ਹੋ ਗਿਆ ਨਾ, ਸਮਝ ਲੈਣਾ ਇਸ ਮਾਇਆ ਨੇ ਮਨ ਦੇ ਰਾਹੀਂ ਸ਼ਰਾਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਮੈਂ ਠੀਕ ਹਾਂ ਕਦੇ ਹੋ ਹੀ ਨਹੀਂ ਸਕਦਾ, ਇਹ ਤਾਂ ਸਤਿਗੁਰੂ ਜੀ ਨੇ ਠੀਕ ਰੱਖਿਆ ਹੋਇਆ ਹੈ, ਇਹ ਤਾਂ ਪਰਮੇਸ਼ਰ ਜੀ ਦੇ ਆਪ ਮਿਹਰ ਕਰਕੇ ਬਚਾਇਆ ਹੋਇਆ। ਕਦੇ ਵੀ ਸਿਆਣਾ ਵੀਰ ਭੈਣ ਗੁਰਸਿੱਖ ਕਦੇ ਨਹੀਂ ਕਹਿੰਦੇ ਮੈਂ ਠੀਕ ਹਾਂ। ਹਮੇਸ਼ਾ ਨਿਮਰਤਾ ਗਰੀਬੀ ਵਿੱਚ ਸਤਿਗੁਰੂ ਤੁਸਾਂ ਨੇ ਜਿਵੇਂ ਦਿਨ ਲੰਘਾਇਆ ਆਪਣੇ ਪਾਣੀ ਵਿੱਚ, ਰਾਤ ਵੀ ਤੁਸੀਂ ਲੰਘਾਇਓ ਤਾਂ ਕਿ ਇਹ ਹਮਲਾ ਨਾ ਕਰੇ। ਰਾਤ ਲੰਘੀ ਦਿਨ ਚੜ੍ਹਿਆ ਦਾਤਾ, ਮੈਂ ਚੱਲਿਆ ਬਾਹਰ, ਮੇਰੇ ਵਾਹ ਪੈਣੇ ਨੇ ਮਾੜੇ ਚੰਗੇ ਲੋਕਾਂ ਨਾਲ, ਕਿਧਰੇ ਮੇਰਾ ਅੰਦਰ ਨਾ ਡੋਲ ਜਾਵੇ, ਤੂੰ ਮਿਹਰ ਕਰੀ। ਪਿਆਰਿਓ, ਤਾਂ ਕਿਧਰੇ ਬਚਦਾ। ਪਰ ਇਹ ਬਹੁਤਾਤ ਵਿੱਚ ਇਹ ਮਨ ਨੂੰ ਮਾਇਆ ਖਿੱਚ ਕੇ ਲੈ ਹੀ ਜਾਂਦੀ ਏ। ਪਰ ਇਸ ਨੂੰ ਵਸ ਕਿਵੇਂ ਕਰਨਾ, ਸਤਿਗੁਰੂ ਜੀ ਨੇ ਮਿਹਰ ਕੀਤੀ ਏ। ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਨਾਨਕ ਤਿੰਨ ਸੰਤਨ ਸ਼ਰਨਾਗਤੀ ਜਿਨ ਮਨ ਵਸ ਕੀਨਾ। ਉਹਨਾਂ ਗੁਰਮੁਖਾਂ, ਉਹਨਾਂ ਪਿਆਰਿਆਂ, ਉਹਨਾਂ ਰੱਬ ਦੇ ਰੰਗ ਰਤਿਆਂ ਦੇ ਸੰਗਤ ਵਿੱਚ ਜਾਓ ਜਿਨ੍ਹਾਂ ਨੇ ਇਸ ਮਨ 'ਤੇ ਕਾਬੂ ਪਾ ਲਿਆ ਹੈ। ਉਹਨਾਂ ਦੀ ਸੰਗਤ ਹੀ ਨਾ ਕਰੋ, ਉਹਨਾਂ ਦੀ ਸ਼ਰਨ ਵਿੱਚ ਬਚਨ ਵਰਤਿਆ ਹੈ। ਨਾਨਕ ਤਿੰਨ ਸੰਤਨ ਸ਼ਰਨਾਗਤੀ, ਸੰਤਨ ਉਹਨਾਂ ਗੁਰਮੁਖ ਰੂਹਾਂ, ਜਿਵੇਂ ਰਹਿਰਾਸ ਵਿੱਚ ਨਹੀਂ ਹੁੰਦਾ ਬਚਨ ਸਾਹਿਬ ਕਹਿੰਦੇ ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਉਹਨਾਂ ਦੀ ਸ਼ਰਨ ਜਿਨ੍ਹਾਂ ਨੂੰ ਰੱਬ ਕਦੇ ਭੁੱਲਦਾ ਨਹੀਂ, ਜਿਹੜੇ ਇਸ ਮਨ ਤੋਂ ਉੱਪਰ ਚਲੇ ਗਏ, ਜਿਨ੍ਹਾਂ ਨੇ ਇਸ ਨੂੰ ਆਪਣੇ ਕਾਬੂ ਵਿੱਚ ਕਰ ਲਿਆ। ਇਹਨਾਂ ਨੂੰ ਕੋਈ ਸਿਆਣਪ ਨਾਲ ਨਹੀਂ ਕਾਬੂ ਕਰਦਾ, ਨਾ ਪੈਸੇ ਨਾਲ, ਨਾ ਕਿਸੇ ਦੀ ਮਦਦ ਨਾਲ। ਇਹਨੂੰ ਸ਼ਬਦ ਗੁਰਬਾਣੀ ਨਾਮ ਕਾਬੂ ਕਰਦਾ ਹੈ। ਉਹਨਾਂ ਨੇ ਇਸ ਨਾਮ ਦਾ ਇੰਨਾ ਭੰਡਾਰ ਭਰਿਆ ਵੀ ਇਹ ਮਨ ਇੱਧਰ ਮੋਹਿਆ ਗਿਆ। ਜਦੋਂ ਹੀ ਮਨ ਨਾਮ ਵੱਲ ਜੁੜ ਜਾਏ ਨਾ, ਫਿਰ ਇੱਧਰ ਵੀ ਕਮਾਲ ਹੀ ਕਰਦਾ ਹੈ, ਬਖਸ਼ਾਂ ਹੀ ਬਖਸ਼ਾਂ ਲਈ। ਪਿਆਰਿਓ, ਦਿੰਦਾ ਇਹ ਜਦੋਂ ਇਹਦੀ ਸੋਹਣੇ ਪਾਸੇ ਤੁਰ ਪਵੇ, ਮਦਦ ਕਰਦਾ ਕਰਦਾ ਕਹਿੰਦਾ ਲੈ ਮੈਂ ਵਿੱਚ ਹੀ ਮਰਜ ਖੋ ਜਾਣਾ ਵਾਂ, ਜਿਵੇਂ ਤੇਰਾ ਪਿਆਰਾ ਹੁਕਮ ਕਰਦਾ ਤੂੰ ਉਸੇ ਤਰ੍ਹਾਂ ਕਰ, ਬਿਲਕੁਲ ਵੀ ਅੰਦਰੋਂ ਖਰਾਬ ਨਾ ਕਰੇਗਾ। ਸਤਿਗੁਰੂ ਜੀ ਨੇ ਕਿਤੇ ਬਚਨ ਕੀਤਾ ਪਿਆਰਿਓ, ਭਈ ਤਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ। ਇੱਕ ਤਾਂ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰ, ਜਿਨ੍ਹਾਂ ਨੇ ਮਨ ਨੂੰ ਵਸ ਵਿੱਚ ਕਰ ਲਿਆ। ਦੂਜਾ ਆਪਣਾ ਧਨ ਪੈਸਾ ਟਕਾ ਅਤੇ ਤਨ ਸਰੀਰ ਅਤੇ ਸਰਬਸ ਸਾਰਾ ਕੁਝ ਉਹਨਾਂ ਨੂੰ ਪਿਆਰਿਓ ਜਰਾ ਸਮਝਣਾ। ਕਹਿੰਦੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਜਿਨ੍ਹਾਂ ਮਨ ਵਿੱਚ ਵਸ ਵਿੱਚ ਕੀਤਾ ਹੁੰਦਾ, ਉਹ ਆਪਣੇ ਕੋਲ ਕੋਈ ਚੀਜ਼ ਨਹੀਂ ਰੱਖਦੇ, ਤਨ ਮਨ ਧਨ ਸਾਰਾ ਕੁਝ ਪ੍ਰਭੂ ਨੂੰ ਉਹ ਭੇਟ ਕਰ ਦਿੰਦੇ ਨੇ। ਉਹਨਾਂ ਵਿੱਚ ਹੁਣ ਪਰਮੇਸ਼ਰ ਆਪ ਹੀ ਵਰਤ ਰਿਹਾ ਹੁੰਦਾ ਹੈ। ਨਾਮ ਜਪਣਾ ਅਤੇ ਜਪਣ ਵਾਲਿਆਂ ਦੀ ਸੰਗਤ ਕਰਨੀ ਅਤੇ ਕਰਨੀ ਅਤ ਗਰੀਬੀ ਨਿਮਰਤਾ ਹਲੀਮੀ ਵਿੱਚ ਆ ਕੇ, ਤਾਂ ਕਿਧਰੇ ਜਾ ਕੇ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਫਿਰ ਉਹ ਕਲਾ ਵਰਤਦੀ ਹੈ। ਕਮਾਲ ਹੀ ਹੈ ਨਾ। ਅਸੀਂ ਮਨ ਦੇ ਹਮੇਸ਼ਾ ਮਾੜੇ ਔਗਣ 'ਤੇ ਦੇਖਦੇ ਹਾਂ ਕਿਉਂਕਿ ਇਹਦੇ ਪੁਆੜੇ ਬੜੇ ਨੇ, ਪਰ ਇਹਦਾ ਚੰਗਾ ਪੱਖ ਵੇਖੋ। ਜਿੱਥੇ ਇਹਨੂੰ ਖੋਤਾ ਕਿਹਾ ਹੈ, ਜਿੱਥੇ ਇਹਨੂੰ ਹਾਥੀ ਵਰਗਾ, ਅਣਜਾਣ ਬੱਚੇ ਵਰਗਾ, ਬੜੀ ਇਹਦੀ ਤੁਲਨਾ ਭੈੜੀ ਚੀਜ਼ਾਂ ਨਾਲ ਕੀਤੀ ਹੈ। ਜਦੋਂ ਮਾੜੇ ਕਰਮ ਕਰਦਾ, ਉੱਥੇ ਇਹਦੀ ਤੁਲਨਾ ਕਿਹਦੇ ਨਾਲ ਕੀਤੀ ਹੈ? ਨਿਰੰਕਾਰ ਦੀ ਜੋਤ ਨਾਲ। ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ,
ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਹਿੰਦੇ ਦੇਖ ਮਨਾ, ਤੂੰ ਜੋਤ ਸਰੂਪ ਹੈ, ਰੱਬ ਦੀ ਅੰਸ਼ ਹੈ। ਤੂੰ ਆਪਣੇ ਮੂਲ ਦੀ ਪਛਾਣ ਕਰ, ਤੂੰ ਕਿਸ ਮਾਇਆ ਤੇ ਮਗਰ ਲੱਗ ਗਿਆ ਹੈ। ਤੈਨੂੰ ਪਤਾ ਨਹੀਂ ਵਾਹਿਗੁਰੂ ਜੀ ਤੇਰੇ ਨਾਲ ਹੀ ਨੇ ਅੰਦਰ ਰਹਿੰਦੇ, ਪਰ ਉਸ ਦਾ ਪਿਆਰ ਤੂੰ ਆਪ ਨਹੀਂ ਮਾਣ ਸਕਦਾ। ਜੇ ਆਪ ਮਾਣ ਸਕੀਏ ਅੰਦਰ ਬੈਠੇ ਰੱਬ ਦਾ ਪਿਆਰ, ਫਿਰ ਤੇ ਗੁਰੂ ਦੀ ਲੋੜ ਨਹੀਂ। ਬਾਹਰਲੇ ਜਿੰਨੇ ਵੀ ਆ ਧਾਰਮਿਕ ਸਥਾਨ ਜਾਂ ਧਰਮ ਦੇ ਉਪਦੇਸ਼ ਦੀ ਲੋੜ ਹੀ ਨਹੀਂ, ਸਿੱਧਾ ਨਹੀਂ। ਸਾਹਿਬ ਕਹਿੰਦੇ ਗੁਰੂ ਧਾਰਨ ਕਰਨਾ ਪੈਂਦਾ ਹੈ, ਗੁਰੂ ਮੱਤ ਦਿੰਦਾ ਹੈ। ਉਸ ਮੱਤ 'ਤੇ ਚੱਲਾਂਗੇ ਤੇ ਅੰਦਰ ਬੈਠੇ ਹੋਏ ਪਰਮੇਸ਼ਰ ਵੱਲ ਇਹ ਮਨ ਆਪਣਾ ਮੂੰਹ ਕਰੇਗਾ, ਉਧਰ ਕਰਕੇ ਤੇ ਫਿਰ ਇਹ ਨਾਮ ਜਪੇਗਾ ਤੇ ਉਹਦਾ ਪਿਆਰ ਮੰਨਣਾ ਸ਼ੁਰੂ ਕਰੇਗਾ। ਜਦੋਂ ਇੱਧਰ ਤੁਰਦਾ ਤੇ ਇਹਦੀਆਂ ਬਰਕਤਾਂ ਵੇਖਿਆ ਜੇ। ਸਾਹਿਬ ਕਹਿੰਦੇ ਮੂਲ ਪਛਾਣੈ ਤਾਂ ਸੋ ਜਾਣੈ, ਮਰਨ ਜੀਵਨ ਕੀ ਸੋਝੀ ਖੋਈ। ਇੱਕ ਤਾਂ ਜਦੋਂ ਮਨ ਨਾਮ ਨਾਲ ਜੁੜਦਾ, ਗੁਰੂ ਦੀ ਮੱਤ ਲੈ ਕੇ ਇਹ ਆਪਣੇ ਮੂਲ ਨੂੰ ਪਛਾਣਦਾ ਏ ਵੀ ਮੇਰਾ ਤੇ ਵਿਰਸਾ ਆ ਸੀ ਪਰਮੇਸ਼ਰ, ਮੈਂ ਕਿੱਧਰ ਭਟਕਿਆ ਫਿਰਦਾ, ਦਿਨ ਰਾਤ ਹੀ ਤੁਰਿਆ ਫਿਰਦਾ ਸਾਂ। ਫਿਰ ਇਹ ਟਿਕ ਜਾਂਦਾ ਏ। ਇਹਨੂੰ ਦੂਸਰਾ ਪਰਮੇਸ਼ਰ ਦੀ ਪਛਾਣ ਹੁੰਦੀ। ਤੀਸਰਾ ਇਹਨੂੰ ਫਿਰ ਪਤਾ ਲੱਗਦਾ ਹੈ ਕਿ ਮਰਨ ਜੀਵਨ ਕੀ ਹੈ। ਜੇ ਮੈਂ ਨਾ ਜੁੜਦਾ ਤੇ ਮੈਂ ਤੇ ਮਰਨਾ ਹੀ ਮਰਨਾ ਸੀ, ਕਈ ਵਾਰ ਜਿਉਣਾ ਫਿਰ ਮਰਨਾ। ਹੁਣ ਇਹਨੂੰ ਸੋਝੀ ਖੋ ਗਈ। ਗੁਰ ਪ੍ਰਸਾਦੀ ਇੱਕ ਹੋ ਜਾਣਾ ਤਾਂ ਦੂਜਾ ਭਾਉ ਨਾ ਹੋਏ, ਪਰ ਗੁਰੂ ਦੀ ਕਿਰਪਾ ਹੋਵੇ ਤਾਂ ਇੱਕ ਨੂੰ ਜਾਣ ਸਕੀਦਾ ਹੈ। ਗੁਰੂ ਕੇ ਪਿਆਰਿਓ, ਜੇ ਨਾਵੇਂ ਸਤਿਗੁਰੂ ਜੀ ਨੇ ਬਚਨ ਕੀਤਾ, ਮਨ ਮਾਇਆ ਦੀ ਸਾਈਡ 'ਤੇ ਜਦੋਂ ਚਲਾ ਗਿਆ ਤੇ ਬਸ ਉਦੋਂ ਹੀ ਇਸ ਨੇ ਸਾਡੀ ਜ਼ਿੰਦਗੀ ਨਰਕ ਵਰਗੀ ਬਣਾਉਣੀ ਸ਼ੁਰੂ ਕਰ ਦਿੱਤੀ। ਇਹਨੂੰ ਛੱਡਦਾ ਨਹੀਂ ਤੇ ਸਾਨੂੰ ਹੁਣ ਵੀ ਦੁੱਖ, ਮਰਨ ਤੋਂ ਬਾਅਦ ਖੁਰ ਕਿੰਨੇ ਕੁ ਜਨਮ ਦੁੱਖ ਹੈ, ਪਰ ਇਹ ਵਸ ਵਿੱਚ ਕਿਉਂ ਲੈਂਦਾ ਹੈ? ਇਹਦੇ ਲਈ ਗੁਰਪ੍ਰਸਾਦ ਚਾਹੀਦਾ ਹੈ, ਜਾਂ ਜਿਹੜੇ ਗੁਰੂ ਦੇ ਪਿਆਰ ਵਿੱਚ ਰੰਗੇ ਖੋਏ ਨੇ, ਸਤਿਪੁਰਸ਼ਾਂ ਦੀ ਸੋਹਬਤ, ਉਹਨਾਂ ਦੀ ਸੰਗਤ ਚਾਹੀਦੀ ਏ। ਹੈਰਾਨ ਖੋਈਦਾ ਏ ਪਰਮਾਤਮਾ ਦੀ ਖੇਡ ਵੇਖ ਕੇ ਤੇ ਸਤਿਗੁਰੂ ਦੀਆਂ ਬਰਕਤਾਂ। ਇੱਕ ਨਾ ਗੁਰੂ ਕੇ ਪਿਆਰਿਓ, ਗੋਇੰਦਵਾਲ ਸਾਹਿਬ ਜਦੋਂ ਜਾਓ, ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਬਿਲਕੁਲ ਕੰਢੇ 'ਤੇ ਹੈ। ਬਿਆਸ ਦਰਿਆ ਜਦੋਂ ਆਪਾਂ ਟੱਪਦੇ ਖਾਂ, ਆਪਾਂ ਵੇਖਦੇ ਹਾਂ ਉੱਥੇ ਚਾਰ ਚਫੇਰੇ ਦੇ ਇਲਾਕੇ ਪਰਾਂ ਸੁਲਤਾਨਪੁਰ ਸਾਹਿਬ ਹੈ। ਸੁਲਤਾਨਪੁਰ ਸਾਹਿਬ ਤੋਂ ਥੋੜ੍ਹੀ ਦੂਰ ਇੱਕ ਡੱਲਾ ਪਿੰਡ ਹੈ। ਡੱਲੇ ਪਿੰਡ ਤੋਂ ਨਾ ਗੁਰੂ ਕੇ ਪਿਆਰੇ ਭਾਈ ਪਾਰੋ ਜੀ ਇੱਕ ਹੋਏ ਨੇ। ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਕੀਤੀ। ਆ ਕੇ ਉਸ ਸੰਗਤ ਵਿੱਚ ਆ ਕੇ ਰੰਗ ਲੱਗੇ। ਉਹਨਾਂ ਨੇ ਪੁੱਛਿਆ ਸੀ ਜੀ ਪਰਮਹੰਸ ਕਿਹਨੂੰ ਕਹਿੰਦੇ ਨੇ? ਸਤਿਗੁਰਾਂ ਨੇ ਦ੍ਰਿਸ਼ਟੀ ਪਾ ਕੇ ਪਰਮਹੰਸ ਬਣਾ ਹੀ ਦਿੱਤਾ ਸੀ। ਹੰਸ ਤੇ ਇੱਕ ਜੀਵ ਹੈ ਨਾ, ਜਿਹੜਾ ਦੁੱਧ ਤੇ ਪਾਣੀ ਨੂੰ ਵੱਖ ਕਰਨਾ ਜਾਣਦਾ। ਹੰਸ ਉਹ ਹੈ ਗੁਰੂ ਕੇ ਪਿਆਰ ਜਿਹੜਾ ਮੋਤੀ ਚੁਗਦਾ ਹੈ। ਗੁਰਸਿੱਖਾਂ ਨੂੰ ਪਰਮਹੰਸ ਕਿਹਾ ਜਾਂਦਾ ਹੈ। ਹੰਸ ਦੇ ਬਰਾਬਰ ਤੇ ਇਹਨਾਂ ਨੂੰ ਗੁਰਮਤ ਤੇ ਮਨਮਤ ਦਾ ਪਤਾ ਵੱਖਰਾ ਕਰਦੇ ਨੇ। ਪਿਆਰਿਓ, ਹੰਸ ਮੋਤੀ ਚੁਗਦਾ, ਗੁਰੂ ਕੇ ਸਿੱਖ ਜਿਹੜੇ ਨੇ ਗੁਰੂ ਸ਼ਬਦ ਤੇ ਮੋਤੀ ਚੁਗਦੇ ਨੇ, ਪਰ ਉਹ ਹੰਸ ਤਾਂ ਕੇਵਲ ਹੰਸ ਰਹਿੰਦੇ ਹਨ। ਇਹ ਹੰਸ ਨਾਮ ਦੇ ਮੋਤੀ ਚੁਗ ਚੁਗ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਬ੍ਰਹਮ ਗਿਆਨੀ ਨੂੰ ਆਖੀਦਾ ਉਹ ਬਣ ਗਏ। ਤੇ ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾਨ ਲੱਗੇ ਤੇ ਇਹਨ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਵਾਜ਼ ਹੁਣ ਮੈਂ ਕਿਹਦੇ ਸਹਾਰੇ ਜੀਵਾਂਗਾ? ਸਾਹਿਬ ਕਹਿਣ ਲੱਗੇ, ਅੰਦਰ ਸ਼ਬਦ ਦਾ ਸਹਾਰਾ ਜਿਨ੍ਹਾਂ ਨੂੰ ਮਿਲ ਜਾਵੇ ਉਹਨਾਂ ਨੂੰ ਕਿਸੇ ਹੋਰ ਸਹਾਰੇ ਦੀ ਕੀ ਲੋੜ? ਸਾਹਿਬਾ, ਜਿਸ ਪਾਵਨ ਪਵਿੱਤਰ ਸਰੂਪ ਦੇ ਰਾਹੀਂ ਦਾਤ ਮਿਲੀ ਹੋਵੇ ਉਹਦੀ ਸਦਾ ਹੀ ਖਜੂਰੀ ਅੰਦਰ ਲੋੜਦਾ ਹੈ। ਮਹਾਰਾਜ ਜੀ ਨੇ ਕਿਹਾ, ਗੁਰੂ ਅਮਰਦਾਸ ਸਾਹਿਬ ਜੀ ਵਿੱਚ ਉਹ ਜੋਤ ਟਿਕੀ ਹੈ, ਤੁਸੀਂ ਸੰਗਤ ਕਰਨੀ। ਇਹਦਾ ਇੰਨਾ ਪਿਆਰ ਸੀ, ਇਹਨੇ ਰੋਜ਼ ਘੋੜੀ 'ਤੇ ਚੜ੍ਹ ਕੇ ਦਰਿਆ ਪਾਰ ਕਰਨਾ। ਕੋਈ ਦਰਿਆ 'ਤੇ ਪੁੱਲ ਨਹੀਂ ਹੈ, ਘੋੜੀ 'ਤੇ ਚੜ੍ਹੇ ਚੜਾਏ ਨਹੀਂ। ਪਹਿਲਾਂ ਰੋਜ਼, ਫਿਰ ਕਈ ਵਾਰ ਇੱਕ ਅੱਧਾ ਦਿਨ ਛੱਡ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਸਵੇਰੇ ਆਉਣਾ, ਦੁਪਹਿਰ ਰਹਿਣਾ, ਸ਼ਾਮਾਂ ਨੂੰ ਫਿਰ ਮੁੜ ਜਾਣਾ। ਇੰਨਾ ਪਿਆਰ ਇਹਦਾ ਜੀ ਨਹੀਂ ਸੀ ਲੱਗਦਾ ਕਰ ਰਵਾਂ, ਹੁਕਮ ਸੀ ਜਾਣ ਦਾ, ਚਲੇ ਜਾਣਾ, ਫਿਰ ਖਿੱਚ ਪੈਣੀ, ਫਿਰ ਆ ਜਾਣਾ ਇਹਨਾਂ ਨੇ। ਪਰ ਅੰਦਰ ਹੁਣ ਇਹ ਮਨ ਨਹੀਂ। ਇੱਕ ਉਹ ਮਨ ਨਾ ਜਿਹੜਾ ਮਾਇਆ ਲੈ ਜਾਂਦੀ ਖਿੱਚ ਕੇ। ਇਹਨਾਂ ਦਾ ਮਨ ਉਹ ਹੈ ਜਿਹੜਾ ਗੁਰੂ ਸਾਹਿਬ ਸ਼ਬਦ ਦਾ ਦੇ ਰਾਹੀਂ ਖਿੱਚ ਕੇ
ਉਹਨਾਂ ਨੇ ਉਸ ਪਰਮੇਸ਼ਰ ਕੋਲ ਬਿਠਾ ਦਿੱਤਾ ਹੈ। ਬੰਦੇ ਉਹੀ ਨੇ, ਪਰ ਵੇਖਣਾ ਦੋਨਾਂ 'ਚ ਫਰਕ ਹੀ ਪੈ ਜਾਂਦਾ ਹੈ। ਭਾਈ ਪਾਰੋ ਜੀ ਰੋਜ਼ ਆਉਂਦੇ ਨੇ। ਇੱਕ ਅਸੀਂ ਬਚਨ ਸੁਣਦੇ ਹਾਂ, ਜਿਹੜੇ ਨਾ ਰੰਗ ਰਤੀਆਂ ਰੂਹਾਂ ਖੋਣ, ਉਹ ਜਦੋਂ ਬੋਲਣ ਉਹਦੇ ਨਾਲ ਤਾਂ ਦੂਸਰਿਆਂ ਦਾ ਭਲਾ ਖੁੰਦਾ ਹੀ ਖੁੰਦਾ। ਹੱਥਾਂ ਨਾਲ ਕੋਈ ਕੰਮ ਕਰਨ ਪਰਉਪਕਾਰ, ਉਹਨਾਂ ਦਾ ਭਲਾ ਹੋਏਗਾ ਹੀ। ਉਹ ਜਿਨ੍ਹਾਂ ਰਾਖਾਂ ਤੋਂ ਲੰਘ ਜਾਣ ਨਾ, ਉੱਥੇ ਵੀ ਨਾਮ ਤੇ ਬੰਦਗੀ ਤੇ ਗੁਰੂ ਸਾਹਿਬ ਜੀ ਦੀ ਗੁਰਸਿੱਖੀ ਦਾ ਫੈਲਾਓ ਹੋ ਜਾਂਦਾ ਹੈ। ਜਿਨ੍ਹਾਂ ਰਾਹਾਂ ਤੋਂ ਲੰਘ ਜਾਣ, ਉੱਥੇ ਕਿਵੇਂ ਗੁਰਸਿੱਖੀ ਫੈਲਦੀ ਹੈ, ਉੱਥੇ ਕਿਵੇਂ ਸਾਈਂ ਦਾ ਪਿਆਰ ਜਿਹੜਾ ਚਾਰ ਚੁਫੇਰੇ ਫੈਲਦਾ, ਲੋਕਾਂ ਨੂੰ ਸੁੱਖ ਦਿੰਦਾ। ਕਿੰਨੇ ਬੰਦੇ ਸੜਕਾਂ 'ਤੇ ਤੁਰੇ ਜਾਂਦੇ, ਪਰ ਜਿੱਥੋਂ ਰੰਗ ਰੱਤੀ ਰੂਹ ਲੰਘ ਜਾਵੇ, ਉੱਥੇ ਪਿੱਛੇ ਭਲਾ ਹੋ ਜਾਂਦਾ। ਕਿਵੇਂ? ਭਾਈ ਪਾਰੋ ਜੀ ਰੋਜ਼ ਜਾਂਦੇ ਸਨ। ਦਿੱਲੀ ਤੋਂ ਇੱਕ ਗੁਰੂ ਕੇ ਪਿਆਰੇ ਨਵਾਬ ਜੋ ਹੈ, ਉਸ ਦਾ ਨਾਂ ਸੀ ਅੱਲਾ ਯਾਰ ਖਾਂ, ਅਤੇ ਉਸ ਨੇ ਬਹੁਤ ਸਾਰੀਆਂ ਫੌਜਾਂ ਸਨ। ਲਾਹੌਰ ਵੱਲ ਜਾਣਾ, ਦਰਿਆ ਦਾ ਪਾਣੀ ਚੜ੍ਹਿਆ ਹੋਣ ਕਾਰਨ ਕੰਢੇ 'ਤੇ ਬੈਠੇ ਸਨ ਫੌਜਾਂ ਲੈ ਕੇ। ਇਹਦਾ ਪੁੱਤਰ ਵੀ ਨਾਲ ਸੀ ਵੀ ਚਲੋ ਪਾਣੀ ਉਤਰੇਗਾ 2-4 ਦਿਨਾਂ ਨੂੰ, ਫਿਰ ਦਰਿਆ ਪਾਰ ਕਰਾਂਗੇ, ਇਸ ਤਰ੍ਹਾਂ ਫੌਜਾਂ ਦਾ ਨੁਕਸਾਨ ਹੋਏਗਾ। ਇਹਨੇ ਵੇਖਿਆ ਵੀ ਭਾਈ ਪਾਰੋ ਜੀ ਆਏ ਨੇ ਘੋੜੇ 'ਤੇ, 1 ਮਿੰਟ ਵੀ ਰੁਕੇ ਨਹੀਂ, ਸਿੱਧਾ ਹੀ ਦਰਿਆ ਵਿੱਚ ਠਿੱਲ ਗਏ ਅਤੇ ਚਲੇ ਗਏ। ਇਸੇ ਤਰ੍ਹਾਂ ਸ਼ਾਮਾਂ ਨੂੰ ਫਿਰ ਆ ਕੇ ਵਾਪਸ ਲੰਘ ਗਏ। ਅਗਲੇ ਦਿਨ ਫਿਰ ਜਦੋਂ ਉਹ ਆਏ, ਇਹਨਾਂ ਦੇ ਕੋਲੋਂ ਲੰਘਣ ਲੱਗੇ ਤੇ ਇਹਨੇ ਰਸਤੇ 'ਚ ਰੋਕ ਲਿਆ, ਬੇਨਤੀ ਕੀਤੀ, ਅੱਲਾ ਨੂੰ ਪਿਆਰ ਕਰਨ ਵਾਲਿਆ, ਦੇਖ ਮੈਨੂੰ ਜਾਪਦਾ ਤੂੰ ਕਿਸੇ ਪੂਰੇ ਦਾ ਮੁਰੀਦ ਹੈ। ਕਹਿਣ ਲੱਗੇ ਇਹਦੇ 'ਚ ਕੋਈ ਸ਼ੱਕ ਨਹੀਂ, ਮੇਰਾ ਮੁਰਸ਼ਦ ਪੂਰਾ, ਮੇਰਾ ਸਾਹਿਬ ਪੂਰਾ, ਮੈਂ ਉਹਦਾ ਮੁਰੀਦ ਹਾਂ। ਕਹਿੰਦੇ ਤੂੰ ਬਗੈਰ ਕਿਸੇ ਡਰ ਭੋ ਤੋਂ ਘੋੜੀ ਨੂੰ ਦਰਿਆ ਦੇ ਪਾਣੀ ਵਿੱਚ ਠੇਲਦਾ, ਪਾਰ ਖੂ ਗਿਆ ਅਤੇ ਸ਼ਾਮੀ ਆ ਗਏ, ਫਿਰ ਤੈਨੂੰ ਪਾਣੀ ਤੋਂ ਡਰ ਨਹੀਂ ਹੁੰਦਾ, ਤੈਨੂੰ ਕੋਈ ਖਤਰਾ ਹੀ ਨਹੀਂ, ਮੈਂ ਡੁੱਬ ਜਾਵਾਂਗਾ, ਤੇਰੇ ਅੰਦਰ ਕੋਈ ਭੈ ਨਹੀਂ, ਬੜੇ ਆਰਾਮ ਨਾਲ ਸਹਿਜੇ ਹੀ ਤੂੰ ਗਿਆ ਅਤੇ ਸਹਿਜੇ ਆ ਗਿਆ ਏ। ਭਾਈ ਪਾਰੋ ਜੀ ਕਹਿਣ ਲੱਗੇ ਨੇ, ਇਹ ਸਭ ਸਤਿਗੁਰੂ ਜੀ ਦੀਆਂ ਬਰਕਤਾਂ ਨੇ। ਉੱਥੇ ਉਹਦੇ ਪਿਆਰ ਵਿੱਚ ਰੰਗਿਆਂ ਕੁਛ ਨਹੀਂ, ਰਸਤੇ 'ਚ ਕੋਈ ਰੁਕਾਵਟ ਪੈਂਦੀ, ਸਾਰੀ ਉਹਦੀ ਖੇਡ ਏ। ਕਹਿਣ ਲੱਗੇ ਫਿਰਿੰਜ ਕਰ ਜਾਂ ਤੇ ਮੇਰੇ 'ਤੇ ਆਪ ਮਿਹਰ ਕਰ। ਕਹਿੰਦੇ ਮੇਰਾ ਮੈਂ ਨਹੀਂ ਕਰਨ ਜੋਗਾ, ਮੇਰਾ ਕਰਨ ਵਾਲੇ ਗੋਇੰਦਵਾਲ ਸਾਹਿਬ ਨੇ। ਮੈਨੂੰ ਮੇਰੇ 'ਤੇ ਵੀ ਕਿਰਪਾ ਕਰ, ਮੈਨੂੰ ਵੀ ਉਹਦਾ ਦੀਦਾਰ ਕਰਾ। ਕਹਿਣ ਲੱਗੇ ਉਹਦਾ ਦੀਦਾਰ ਕਰਨ ਲਈ ਨਿਮਰਤਾ ਗਰੀਬੀ ਚਾਹੀਦੀ ਏ, ਨੀਵਾਂ ਖੋਣਾ ਪੈਂਦਾ ਏ। ਕਹਿਣ ਲੱਗੇ ਜੀ ਜਿੰਨਾ ਕਹੋਗੇ ਓਨਾ ਖੋਵਾਂਗਾ। ਇੰਨਾ ਅੰਦਰ ਤਿਆਰ ਹੋਇਆ, ਰੰਗ ਚੜਿਆ। ਪੁੱਤਰ ਨੂੰ ਕਹਿਣ ਲੱਗਾ, ਪੁੱਤਰਾ ਫੌਜਾਂ ਤੇਰੀਆਂ, ਨਵਾਬੀ ਤੇਰੀ, ਮੈਂ ਬਾਦਸ਼ਾਹ ਦੀ ਸੇਵਾ ਕੀਤੀ, ਮੇਰੇ 'ਤੇ ਖੁਸ਼ ਹੈ। ਲਿਖ ਦਿੱਤੀ ਚਿੱਠੀ ਵੀ, ਬਾਦਸ਼ਾਹ ਨੂੰ ਪਿਆਜ ਤੋਂ ਬਾਅਦ ਇਹੀ ਹੋਏਗਾ, ਸਾਰਾ ਕੁਝ ਮਾਲਕ ਮੇਰਾ ਕੋਈ ਵਾਸਤਾ ਨਹੀਂ, ਮੈਂ ਅੱਲਾਹ ਤਾਲਾ ਦੀ ਬੰਦਗੀ ਲਈ ਜਾ ਰਿਹਾ ਹਾਂ। ਲਿਖ ਦਿੱਤਾ ਅਤੇ ਕਹਿੰਦੇ ਉੱਧਰੋਂ ਵੀ ਤੈਨੂੰ ਖੁਸ਼ੀ ਮਿਲੇਗੀ, ਫਿਕਰ ਨਾ ਕਰੇ। ਸਾਰਾ ਕੁਝ ਦੇ ਦਾ ਕੇ ਛੱਡ ਕੇ ਪਿਆਰਿਓ ਕੁਝ ਮਿੰਟਾਂ ਦੇ ਅੰਦਰ ਉਹ ਭਾਈ ਪਾਰੋ ਦੇ ਨਾਲ ਬਿਆਸ ਦਰਿਆ ਪਾਰ ਕਰ ਜਾਂਦਾ ਹੈ। ਕੇਵਲ ਦਰਿਆ ਨਹੀਂ ਪਾਰ ਕੀਤਾ, ਭਾਈ ਪਾਰੋ ਦੀ ਸੰਗਤ ਨੇ ਭਾਵ ਸਾਗਰ ਹੀ ਪਾਰ ਕਰਾ ਦਿੱਤਾ ਹੈ। ਸੋਚੋ ਜਰਾ, ਕਿਧਰੇ ਤੇ ਬੰਦਾ 2 ਪੈਸੇ ਨਹੀਂ ਛੱਡਦਾ, ਫੌਜਾਂ ਇੱਕਦਮ ਛੁੱਟ ਗਈਆਂ, ਪੈਸਾ ਛੁੱਟ ਗਿਆ, ਨਵਾਬੀ ਨਹੀਂ ਚੰਗੀ ਲੱਗੀ। ਉਹ ਭਾਈ ਪਾਰੋ ਦੇ ਜੀਵਨ ਦੀ ਕਣੀ ਸੀ, ਜਿਹਨੇ ਅੰਦਰ ਨੂੰ ਸ਼ਾਂਤ ਕਰ ਦਿੱਤਾ ਪੂਰਾ। ਲੈ ਗਏ ਤੇ ਜਾ ਗੁਰੂ ਅਮਰਦਾਸ ਪਿਤਾ ਦੇ ਚਰਨਾਂ 'ਚ ਮੱਥਾ ਟੇਕਿਆ। ਭਾਈ ਪਾਰੋ ਨੇ ਦੱਸਿਆ ਸਤਿਗੁਰਾਂ ਨੇ ਮਿਹਰ ਕੀਤੀ। ਤੇ ਜਦੋਂ ਮਹਾਰਾਜ ਜੀ ਨੇ ਪੁੱਛਿਆ, ਸੱਜਣਾ ਤੂੰ ਕੌਣ ਹੈ, ਤੇਰਾ ਨਾਮ ਕੀ ਹੈ? ਕਹਿਣ ਲੱਗਾ ਗਰੀਬ ਨਵਾਜ਼, ਦਰਿਆ ਤੋਂ ਪਾਰ ਮੇਰਾ ਕੋਈ ਨਾਂ ਸੀ, ਇਸ ਜਦੋਂ ਦਰਿਆ ਨੂੰ ਪਾਰ ਕਰਾ ਦਿੱਤਾ ਹੈ, ਮੇਰਾ ਨਾਂ ਨਹੀਂ ਰਹਿ ਗਿਆ, ਹੁਣ ਅੱਲਾ ਦਾ ਹੀ ਨਾਂ ਕੇਵਲ ਰਹਿ ਗਿਆ। ਹੁਣ ਤੇ ਅੱਲਾ ਹੀ ਦਾਤਾ, ਮੈਂ ਅਤ ਗਰੀਬੀ ਨਿਮਰਤਾ 'ਚ ਆਇਆ, ਮੈਨੂੰ ਖੈਰ ਪਾਓ। ਦ੍ਰਿਸ਼ਟੀ ਐਖੋ ਜੀ ਪਾਈ, ਸਤਿਗੁਰੂ ਜੀ ਨੇ ਦੇ ਕਪਾਟ ਖੋਲ੍ਹ ਦਿੱਤੇ। 22 ਮੰਜੀਆਂ 'ਚ ਇੱਕ ਮੰਜੀ ਇਹਨਾਂ ਨੂੰ ਮਿਲੀ ਸੀ। ਉਹ ਮਾਨੀ ਹੈ ਨਾ, ਜੇ ਮਨ ਇੱਧਰ ਤੁਰ ਪਿਆ ਤੇ ਕਿੰਨਾ ਕੁ ਸਮਾਂ ਲੱਗਾ। ਇੱਕ ਦਿਨ ਦੇ ਅੰਦਰ ਹੀ ਮਨੁੱਖ ਨੂੰ ਦੇਵਤਾ ਨਹੀਂ, ਦੇਵਤਿਆਂ ਤੋਂ ਵੱਡੀ ਪਦਵੀ 'ਤੇ ਲੈ ਗਿਆ। ਜੇ ਇਹ ਮਨ ਮਾਇਆ ਨਾਲ ਜੁੜਿਆ ਹੁੰਦਾ
ਤੇ ਇਸ ਨੇ ਖੁਰੇ ਕਿੰਨੀ ਕੁ ਬਰਬਾਦੀ ਕਰਨੀ ਤੇ ਕਿੰਨੇ ਕੁ ਵਿਕਾਰ ਭੁਗਵਾਉਂਦਾ ਏ। ਤਾਂ ਹੀ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਏ। ਉਹ ਕਹਿੰਦੇ ਨੇ ਹਮੇਸ਼ਾ ਧਿਆਨ ਰੱਖੋ ਸਾਡੇ ਅੰਦਰ ਕੀ ਇਹ ਕਲਾ ਵਰਤਣੀ, ਬਾਹਰ ਨਹੀਂ ਕੁਛ ਕਰਨਾ। ਇੱਕ ਪਾਸੇ ਮਾਇਆ ਬੈਠੀ, ਇੱਕ ਪਾਸੇ ਵਾਹਿਗੁਰੂ ਜੀ ਬੈਠੇ ਨੇ। ਚੋਣ ਤੁਸੀਂ ਕਰਨੀ ਏ ਵੀ ਕਿਹੜਾ ਪਾਸਾ ਚੁਣਨਾ ਏ। ਕਹਿੰਦੇ ਜਿਹੜਾ ਹੈ ਨਾ ਮ੍ਰਿਗ ਹਿਰਣ, ਕਸਤੂਰੀ ਵਾਲਾ ਹਿਰਣ, ਉਹ ਵਿਚਾਰਾ ਭਟਕਦਾ ਫਿਰਦਾ, ਇੱਧਰ ਉੱਧਰ ਦੌੜਦਾ, ਸੁਗੰਧੀ ਆ ਰਹੀ, ਸੁਗੰਧੀ ਉਹਦੇ ਕਸਤੂਰੀ ਉਹਦੇ ਆਪਣੇ ਅੰਦਰ ਹੀ ਨਾਭੀ ਵਿੱਚ, ਉਹਨੂੰ ਉਹਦੀ ਖਬਰ ਨਹੀਂ, ਉਹ ਬਾਹਰ ਤੁਰਿਆ ਫਿਰਦਾ ਲੱਭਦਾ ਫਿਰਦਾ। ਮਨ ਮ੍ਰਿਗ, ਮ੍ਰਿਗ ਮਦ ਅਛਤ ਅੰਤਰਗਤ, ਭੁੱਲਿਓ ਪ੍ਰਮ ਖੋਜਤ ਫਿਰਤ ਬਨ ਮਾਹੀ ਜੀ, ਜੰਗਲਾਂ 'ਚ ਟੱਕਰਾਂ ਮਾਰਦਾ ਫਿਰਦਾ। ਬੰਦਾ ਅਸਲ ਵਿੱਚ ਤੇ ਸੁੱਖ ਲੱਭਦਾ ਫਿਰਦਾ ਹੈ ਨਾ। ਇਹ ਮਨ ਉਹਨੂੰ ਕਈ ਚੀਜ਼ਾਂ ਦਿਖਾਏਗਾ, ਕਦੇ ਪੈਸੇ 'ਚੋਂ ਸੁੱਖ, ਕਦੇ ਚੌਧਰਾਂ 'ਚੋਂ ਸੁੱਖ ਹੈ, ਕਦੇ ਵਿਕਾਰਾਂ 'ਚੋਂ ਸੁੱਖ ਹੈ। ਜਿੰਨਾ ਵੀ ਬੰਦੇ ਡੋਲ 'ਤੇ ਭਟਕਦੇ ਫਿਰਦੇ ਆਖਰਕਾਰ ਤੇ ਸੁੱਖ ਨੂੰ ਰਸ ਲੈਣ ਲਈ। ਪਰ ਜਿਵੇਂ ਉਸ ਹਿਰਨ ਦੀ ਕਸਤੂਰੀ ਅੰਦਰ ਪਈ ਸੀ, ਉਹਨੂੰ ਖਬਰ ਨਹੀਂ। ਇਹ ਮਨ ਵੀ ਮਾਇਆ ਮਗਰ ਜਦੋਂ ਲੱਗ ਜਾਏ ਨਾ, ਅੰਦਰ ਹੀ ਰੱਬ ਬੈਠਾ ਉਹ ਨਹੀਂ ਦੇਖਣ ਦਿੰਦਾ, ਉਹਨੂੰ ਬਾਹਰ ਨਜ਼ਾਰੇ ਦਿਖਾਉਂਦਾ, ਉੱਥੇ ਸੁੱਖ ਹੀ ਉੱਥੇ ਸੁੱਖ ਹੈ। ਭਾਈ ਸਾਹਿਬ ਕਹਿੰਦੇ ਨੇ ਕਦੇ ਤੁਸੀਂ ਕਿਸੇ ਪਾਣੀ ਸਰੋਵਰ ਦੇ ਅੰਦਰ ਵੇਖੋ, ਦਾਦਰ ਸਰੋਜ ਗਤ ਏਕੈ ਸਰਵਰ ਵਿਖੈ। ਸਰੋਵਰ ਦੇ ਅੰਦਰ ਕਮਲ ਫੁੱਲ ਨੇ, ਭੌਰੇ ਬਾਹਰੋਂ ਆਉਂਦੇ ਨੇ, ਕਮਲ ਫੁੱਲ ਦੀ ਸੁਗੰਧੀ ਲੈਂਦੇ ਨੇ, ਕਮਲ ਫੁੱਲ ਦੀ ਸਾਰੀ ਦੁਨੀਆ ਗੁਰੂ ਕੇ ਪਿਆਰਿਓ ਮਹਿਮਾ ਕਰਦੀ। ਡੱਡੂ ਉਹਦੇ ਕੋਲ ਹੀ ਹੈ। ਡੱਡੂ ਨੂੰ ਬਿਲਕੁਲ ਨਹੀਂ ਪਤਾ ਵੀ ਇੰਨੀ ਕੀਮਤੀ ਚੀਜ਼ ਮੇਰੇ ਕੋਲ, ਉਹ ਜਾਲਾ ਖਾਂਦਾ ਫਿਰੇਗਾ। ਅੰਤਰ ਦਿਸੰਤਰ ਕੋਈ ਸਮਝਤ ਨਾ ਕੀ ਜੀ, ਕੋਲ ਰਹਿ ਕੇ ਉਸ ਡੱਡੂ ਨੂੰ ਪਤਾ ਨਹੀਂ। ਇਹ ਮਨ ਡੱਡੂ ਦੀ ਤਰ੍ਹਾਂ ਇਹ ਸਾਨੂੰ ਵਿਸ਼ੇ ਵਿਕਾਰ ਨਿੱਕੀਆਂ ਨਿੱਕੀਆਂ ਗੱਲਾਂ 'ਚ ਪਾਈ ਰੱਖੇਗਾ, ਇਨ ਪੰਜਾਂ ਦੇ ਆਖੇ ਲੱਗ ਕੇ ਹੋਰ ਚੀਜ਼ਾਂ ਖਵਾਏਗਾ। ਜਿਹੜਾ ਅਸਲ ਵਿੱਚ ਕਮਲ ਫੁੱਲ ਅੰਦਰ ਪਰਮੇਸ਼ਰ ਜੀ ਬੈਠੇ, ਉਧਰ ਇਹ ਵੇਖਦਾ। ਤਾਂ ਹੀ ਤਾਂ ਪੁੱਛਦਾ ਰੱਬ ਹੈ ਕਿਧਰੇ। ਜੇ ਮਹਾਰਾਜ ਕਹੇ ਤੇ ਮੇਰੀ ਸੁਣ ਲੈਣ, ਉਹ ਤੇ ਤੇਰੇ ਅੰਦਰ ਬੈਠੇ ਨੇ, ਉਹਦੀ ਤਾਕਤ ਨਾਲ ਤੂੰ ਬੋਲ ਰਿਹਾ, ਤੇਰੇ ਨੈਣ ਪ੍ਰੈਣ ਚੱਲ ਰਹੇ ਨੇ, ਪਰ ਇਹ ਵਿਚਾਰਾ ਬਾਹਰ ਪੁੱਛਦਾ ਫਿਰਦਾ। ਭਾਈ ਸਾਹਿਬ ਕਹਿੰਦੇ ਜੈਸੇ ਵਿਖਿਆ ਧਰ ਤਜੇ ਨਾ ਬਿਖ ਬਿਖਮ ਕਹੋ। ਵਿਖਿਆ ਧਰ ਸੱਪ ਨੂੰ ਕਹਿੰਦੇ ਭਈ ਜਿਵੇਂ ਸੱਪ ਜਿਹੜਾ ਏ ਉਹਦੇ ਅੰਦਰ ਜ਼ਹਿਰ ਏ, ਉਹ ਨਾ ਜਦੋਂ ਐ ਨਿਸਬਾਵਨ ਬਿਰਖ ਲਪਟਾਈ ਜੀ, ਚੰਦਨ ਕਿਤਨਾ ਠੰਡਾ ਹੈ, ਸੀਤਲ ਏ, ਸੁਗੰਧੀ ਵੀ ਹੈ ਤੇ ਠੰਡਾ ਵੀ ਹੈ। ਉਹ ਚੰਦਨ ਨੂੰ ਲਪੇਟਿਆ ਹੋਇਆ ਚਾਰ ਚਫੇਰੇ, ਪਰ ਉਸ ਤੋਂ ਵੀ ਉਹਦੇ ਅੰਦਰਲੀ ਜ਼ਹਿਰ ਨਹੀਂ ਮੁੱਕਦੀ। ਰੱਬ ਸਾਰਿਆਂ ਦੇ ਅੰਦਰ ਏ, ਤੇਰੇ ਵੀ ਮੇਰੇ ਵੀ, ਪਰ ਤਾਂ ਵੀ ਇਹ ਜ਼ਹਿਰ ਨੂੰ ਪਿਆਰ ਕਰ ਰਿਹਾ, ਤਪ ਰਹੇ ਹਾਂ, ਬਾਹਰੋਂ ਲੱਭਦੇ ਹਾਂ ਸ਼ਾਂਤੀ। ਭਾਈ ਸਾਹਿਬ ਕਹਿੰਦੇ ਨਹੀਂ, ਉਹ ਤੇ ਚੰਦਨ ਅੰਦਰ ਏ, ਤੂੰ ਅੰਦਰ ਵਹਿੰਦਾ ਹੀ ਨਹੀਂ। ਜੈਸੇ ਨਰਪਤ ਸੁਪਨੰਤਰ ਭਿਖਾਰੀ, ਜਦੋਂ ਰਾਜਾ ਸੌਂਦਾ ਹੈ ਨਾ, ਉਹ ਸੁਪਨੇ 'ਚ ਭਿਖਾਰੀ ਬਣ ਗਿਆ। ਉਹ ਭਿਖਾਰੀ ਤੇ ਨਹੀਂ ਨਾ ਅਸਲ ਵਿੱਚ, ਉਹ ਸੁਪਨੇ ਵਿੱਚ ਜੋ ਕੁਝ ਵੇਖ ਰਿਹਾ ਭਿਖਾਰੀ ਹੈ। ਗੁਰਮੁਖ ਜਗਤ ਮੈਂ ਭਰਮ ਮਿਟਾ ਕੇ ਜੀ, ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੋਈਏ ਨਾ, ਉਦੋਂ ਮੇਰੇ ਸਤਿਗੁਰੂ ਹਰਨ ਦੀ ਤਰ੍ਹਾਂ ਜਿਵੇਂ ਕਸਤੂਰੀ ਅੰਦਰ ਹੀ ਸੀ, ਨਾਮ ਜਪਾ ਕੇ ਸ਼ਬਦ ਜਪਾ ਕੇ ਜਾਪ ਉਹਨੂੰ ਖਿੱਚ ਕੇ ਲਿਆਉਂਦੇ ਅੰਦਰ। ਤਾਂ ਹੀ ਕਹਿੰਦੇ ਨਾ ਅੰਦਰ ਧਿਆਨ ਧਰੋ। ਵਾਹਿਗੁਰੂ ਕਹਿਣ ਲੱਗੇ ਕੋਲ ਵੇਖੋ, ਨੇੜੇ ਆਓ, ਸੰਗਤ ਵੇਖੋ ਤਾਂ ਕਿ ਨੇੜੇ ਆਵੇ। ਅੰਦਰ ਬੈਠਾ ਸਾਈਂ ਤਾਂ ਕਿ ਉਹਨੂੰ ਵੇਖ ਸਕੇ। ਉਹ ਕਸਤੂਰੀ ਦਿਖਾਉਂਦਾ ਅੰਦਰੋਂ, ਜਿੰਨੇ ਵੀ ਅੱਜ ਤੱਕ ਪਾਇਆ ਪਰਮੇਸ਼ਰ ਅੰਦਰੋਂ ਪਾਇਆ। ਕਹਿੰਦੇ ਡੱਡੂ ਦੀ ਤਰ੍ਹਾਂ ਉਹਨੂੰ ਕਹਿੰਦੇ ਜਾਲਾ ਨਾ ਖਾਵੇ, ਕਮਲ ਫੁੱਲ ਉਹ ਅੱਖਾਂ ਦਿੰਦਾ ਨਾਮ। ਕਹਿੰਦੇ ਸੱਪ ਨੂੰ ਤੂੰ ਚੰਦਨ ਦੇ ਕੋਲ ਰਹਿ ਕੇ ਵੀ ਜ਼ਹਿਰ ਜ਼ਹਿਰ ਇਕੱਠੀ ਕਰੀ ਜਾ ਰਿਹਾ ਏ, ਉਹਦੇ ਤੋਂ ਛੁਡਾਉਂਦੇ ਨੇ ਤੇ ਉਹਨੂੰ ਅੰਦਰਲੀ ਠੰਡਕ ਚੀਜ਼ ਦਿੰਦੇ ਨੇ। ਕਹਿੰਦੇ ਜਦੋਂ ਮਾਇਆ ਵਿੱਚ ਸੁੱਤੇ ਹੋਣ ਕਾਰਨ ਭਿਖਾਰੀ ਮੰਗਤੇ ਦੁਖੀਆਂ, ਪਰ ਜਦੋਂ ਉਹ ਜਗਾਉਂਦੇ ਨੇ ਤੇ ਉਦੋਂ ਇੱਕਦਮ ਬਾਦਸ਼ਾਹ ਬਣੀਦਾ। ਤੋ ਆਓ ਗੁਰੂ ਕੇ ਪਿਆਰਿਓ, ਇਹ ਜਿਹੜਾ ਮਨ ਹੈ ਇਸ ਨੂੰ ਇਸ ਦਾ ਕੇਵਲ ਰਾਹ ਬਦਲੀਏ। ਇਹ ਮਾਇਆ ਮਗਰ ਲੱਗਦਾ, ਜੋ ਮਾਇਆ ਕਵੇ ਵਿਸ਼ੇ ਵਿਕਾਰ ਕਹਿਣ, ਇਹ ਪਤਾ ਨਹੀਂ ਲੱਗਣ ਦਿੰਦੀ ਮਾਇਆ। ਅਸੀਂ ਜਦੋਂ ਕੋਈ ਗੱਲ ਕਰਾਂਗੇ ਜਿਵੇਂ ਮੇਰਾ ਮਨ ਕਰੇਗਾ। ਗੁਰੂ ਸਾਹਿਬ ਕਹਿੰਦੇ ਮਨ ਨੂੰ ਪਿੱਛੋਂ ਕੋਈ ਦੱਸ ਰਿਹਾ ਮਾਇਆ, ਉਹ ਪੈ ਗਈ ਏ, ਉਹਦੇ ਤੋਂ ਗੁਰੂ ਛੁਡਾਏਗਾ, ਤੂੰ ਉਹਦੀ ਨਾ ਸੁਣ, ਸਾਡੀ ਸੁਣ। ਸਤਿਗੁਰੂ ਜੀ ਕਹਿੰਦੇ
ਪਰ ਇਹ ਕਹਿੰਦਾ ਨਹੀਂ, ਮੈਂ ਸੁਣਨੀ ਨਹੀਂ, ਸੁਣਾਂਗਾ ਤੇ ਇਹਦੀ ਮੈਂ ਕੋਈ ਕਮਲਾ ਵਾਂ, ਜੋ ਗੁਰੂ ਸਾਹਿਬ ਕਹੀ ਜਾਣ ਮੈਂ ਕਰੀ ਚੱਲਾਂ। ਨਹੀਂ, ਸਤਿਗੁਰੂ ਜੀ ਤਾਂ ਹੀ ਹੁਕਮ ਕਰ ਦੇਣ ਕਿੰਨੀ ਵਾਰੀ। ਕਿਧਰੇ ਕਹਿੰਦੇ ਨੇ, ਏ ਮਨ ਮੇਰਿਆ ਤੂੰ ਸਦਾ ਰਹੋ ਕਰ ਨਾਲੇ। ਕਿਧਰੇ ਕਹਿਣਗੇ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਅੱਗੇ ਜਾ ਕੇ ਬਚਨ ਕਰਦੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਸਤਿਗੁਰੂ ਦਾ ਉਪਦੇਸ਼ ਤੂੰ ਸੁਣ, ਹੁਕਮ ਕਰਦੇ ਨੇ। ਕਿਧਰੇ ਕਹਿੰਦੇ, ਜਪ ਮਨ ਭਾਵੇਂ ਦੀ ਸੁਣੋ ਨਾ, ਇਹਨੂੰ ਆਪਣੀ ਸੁਣਾਓ, ਗੁਰੂ ਦਾ ਸ਼ਬਦ ਸੁਣਾਈਏ, ਫਿਰ ਉਹਦੀ ਪਕੜ ਘਟੇਗੀ। ਨਹੀਂ ਤੇ ਮਾਇਆ ਨੇ ਪਕੜ ਘਟਣ ਹੀ ਨਹੀਂ ਦੇਣੀ। ਸਾਹਿਬ ਕਹਿੰਦੇ, ਜਦੋਂ ਕਿਸੇ ਤੇ ਗੁਰਪ੍ਰਸਾਦ ਵਰਤਦਾ ਹੈ, ਉਦੋਂ ਮਨ ਸ਼ਾਂਤ ਆਈ ਵੱਜੀ ਵਧਾਈ, ਤਾਂ ਖੋਆ ਪ੍ਰਵਾਨ ਅੰਦਰ ਸ਼ਾਂਤ ਖੋ ਜਾਏਗਾ। ਇਹ ਭਟਕੇਗਾ ਨਹੀਂ, ਟਿਕ ਕੇ ਬਹਿ ਜਾਏਗਾ। ਮੁੱਕ ਥੋੜ੍ਹੀ ਜਾਂਦਾ ਗੁਰਮੁਖਾਂ ਨੂੰ। ਉਹਨਾਂ ਕੋਲ ਵੀ ਤੇ ਚੀਜ਼ ਹੈ ਜਿਹਦੇ ਨਾਲ ਚੇਤਾ ਰੱਖਦੇ, ਕਾਰ ਵਿਖਾਰ ਕਰਦੇ, ਪਰ ਅੰਦਰ ਪਿਆਰੇ ਦੇ ਹੁਕਮ ਵਿੱਚ ਨੇ ਪ੍ਰਵਾਨ ਖੋਇਆ। ਤਾਂ ਹੀ ਸਾਹਿਬ ਕਹਿੰਦੇ, ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਦੀ ਪਛਾਣ ਕਰ, ਤੂੰ ਭੁੱਲ ਗਿਆ ਈ ਤਾਂ ਤੂੰ ਮਾਇਆ ਨੇ ਤੈਨੂੰ ਪਕੜ ਲਿਆ ਈ। ਜਿਵੇਂ ਕੰਧ ਵਿੱਚ ਤਸਵੀਰ ਲੱਗੀ, ਤੂੰ ਉਸ ਤਰ੍ਹਾਂ ਜੜ ਗਿਆ, ਇਹਨੂੰ ਛੱਡ। ਪਰ ਸਤਿਗੁਰੂ ਜੀ ਕਹਿੰਦੇ, ਹੁਣ ਤੇਰੇ ਤੋਂ ਛੁੱਟਿਆ ਆਪ ਨਹੀਂ ਜਾਣਾ, ਅਸੀਂ ਤੈਨੂੰ ਛਡਾਵਾਂਗੇ। ਤੂੰ ਸਾਡਾ ਹੁਕਮ ਮੰਨ ਕੇ ਗੁਰੂ ਗੁਰੂ ਕਰਿਆ ਕਰ, ਗੁਰਬਾਣੀ ਪੜ੍ਹਿਆ ਕਰ, ਸ਼ਬਦ ਦਾ ਜਾਪ ਕਰ, ਸੰਗਤ ਕਰ ਉਹਨਾਂ ਪਿਆਰਿਆਂ ਦੀ ਜਿਹੜੇ ਕਿ ਉਹਦੇ ਪਿਆਰ ਵਿੱਚ ਰੰਗੇ ਹੋਏ ਨੇ। ਸਤਿਗੁਰੂ ਜੀ ਤਰਸ ਕਰਨ, ਸਾਨੂੰ ਮਨ ਦੀ ਮਾਰ ਤੋਂ, ਮਾਇਆ ਦੀ ਮਾਰ ਤੋਂ, ਗਲਤ ਰਸਤੇ ਤੋਂ ਆ ਬਚਾ ਕੇ ਰੱਖਣ। ਅਸੀਂ ਸਤਿਗੁਰੂ ਦੀ ਅਗਵਾਈ ਥੱਲੇ ਤੁਰੀਏ ਜੀ। ਇਹਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।